ਰਾਤ ਦੇ 12 ਵੱਜ ਰਹੇ ਸੀ। ਮੈਂ ਹੁਣੇ-ਹੁਣੇ ਆਪਣੇ ਕਮਰੇ ਵਿੱਚ ਆਈ ਸੀ ਕਿ ਮੇਰੇ ਪਿੱਛੇ ਮੇਰੀ ਨਣਦ ਸੀਮਾ ਵੀ ਆ ਗਈ। ਸੀਮਾ ਨੂੰ ਆਪਣੇ ਨਾਲ ਦੇਖ ਕੇ ਮੈਂ ਹੈਰਾਨ ਹੋ ਗਈ। ਮੈਂ ਕਿਹਾ, "ਸੀਮਾ ਜਾ ਕੇ ਸੌਂ ਜਾ, ਸਵੇਰੇ ਗੱਲ ਕਰਾਂਗੇ।" ਮੈਂ ਉਸਨੂੰ ਕਿਹਾ ਤਾਂ ਉਹ ਜਿਵੇਂ ਨਾਰਾਜ਼ ਜਿਹੀ ਹੋ ਗਈ। "ਭਾਬੀ, ਮੈਨੂੰ ਤੁਹਾਡੇ ਤੋਂ ਇੱਕ ਚੀਜ਼ ਚਾਹੀਦੀ ਹੈ।" "ਹਾਂ ਬੋਲ, ਕੀ ਚਾਹੀਦਾ ਹੈ?" ਮੈਂ ਜਲਦੀ ਨਾਲ ਕਿਹਾ, "ਮੈਨੂੰ ਬਹੁਤ ਨੀਂਦ ਆ ਰਹੀ ਸੀ। ਭਾਬੀ, ਮੈਨੂੰ ਤੁਹਾਡਾ ਇਹ ਸੂਟ ਬਹੁਤ ਪਿਆਰਾ ਲੱਗਦਾ ਹੈ। ਤੁਸੀਂ ਪਲੀਜ਼ ਇਹ ਮੈਨੂੰ ਦੇ ਦਿਓ, ਮੈਂ ਤੁਹਾਨੂੰ ਵਾਪਸ ਕਰ ਦੇਵਾਂਗੀ।" ਮੇਰੀ ਨਣਦ ਨੇ ਇੰਨੇ ਪਿਆਰ ਨਾਲ ਕਿਹਾ ਕਿ ਮੇਰਾ ਦਿਲ ਪਿਘਲ ਗਿਆ। ਉਂਝ ਵੀ ਉਹ ਮੇਰੀ ਛੋਟੀ ਭੈਣ ਦੀ ਤਰ੍ਹਾਂ ਸੀ। ਮੈਂ ਉਸ ਤੋਂ ਕੋਈ ਚੀਜ਼ ਲੁਕੋ ਕੇ ਨਹੀਂ ਰੱਖਦੀ, ਹਮੇਸ਼ਾ ਉਸ ਦੀ ਮਦਦ ਕਰਦੀ ਹਾਂ। "ਹਾਂ ਸੀਮਾ, ਤੂੰ ਜ਼ਰੂਰ ਲੈ ਲਈ। ਹੁਣ ਤੂੰ ਜਾ, ਸੌਂ ਜਾ। ਮੈਂ ਤੈਨੂੰ ਇਹ ਸੂਟ ਸਵੇਰੇ ਦੇ ਦੇਵਾਂਗੀ।" "ਨਹੀਂ ਭਾਬੀ, ਮੈਨੂੰ ਹੁਣੇ ਚਾਹੀਦਾ ਹੈ," ਉਸਨੇ ਜਿੱਦ ਕਰਦੇ ਹੋਏ ਕਿਹਾ। "ਅੱਛਾ ਰੁਕ, ਮੈਂ ਹੁਣੇ ਬਦਲ ਕੇ ਆਉਂਦੀ ਹਾਂ।" ਇਹ ਕਹਿ ਕੇ ਮੈਂ ਬਾਥਰੂਮ ਵਿੱਚ ਚਲੀ ਗਈ। ਮੈਂ ਉਸਨੂੰ ਉਹ ਸੂਟ ਦੇ ਤਾਂ ਦਿੱਤਾ, ਪਰ ਮੈਨੂੰ ਅਜੀਬ ਜਿਹਾ ਲੱਗ ਰਿਹਾ ਸੀ। ਮੈਂ ਉਸਨੂੰ ਧੋ ਕੇ ਸਾਫ਼ ਸੁਥਰਾ ਕਰਕੇ ਦੇਣਾ ਚਾਹੁੰਦੀ ਸੀ। ਮੈਂ ਉਸਨੂੰ ਆਪਣੇ ਬਾਕੀ ਸੂਟ ਵੀ ਦਿਖਾਏ, ਪਰ ਉਹ ਉਹੀ ਸੂਟ ਲੈਣਾ ਚਾਹੁੰਦੀ ਸੀ। ਮੈਂ ਉਸਨੂੰ ਕੱਪੜੇ ਦਿੱਤੇ ਤਾਂ ਉਹ ਤੁਰੰਤ ਮੇਰੇ ਕਮਰੇ ਤੋਂ ਚਲੀ ਗਈ। ਉਸਦੇ ਜਾਂਦੇ ਹੀ ਮੈਨੂੰ ਯਾਦ ਆਇਆ ਕਿ ਦੁਪੱਟਾ ਤਾਂ ਉਹ ਇੱਥੇ ਹੀ ਛੱਡ ਗਈ ਹੈ। ਵੈਸੇ ਤਾਂ ਇਹ ਕੋਈ ਟਾਈਮ ਨਹੀਂ ਸੀ ਕਿਸੇ ਦੇ ਕਮਰੇ ਵਿੱਚ ਜਾਣ ਦਾ, ਪਰ ਉਹ 2 ਮਿੰਟ ਪਹਿਲਾਂ ਹੀ ਮੇਰੇ ਕਮਰੇ ਵਿੱਚੋਂ ਨਿਕਲੀ ਸੀ। ਮੈਂ ਦੁਪੱਟਾ ਲੈ ਕੇ ਆਪਣੀ ਨਣਦ ਦੇ ਕਮਰੇ ਵਿੱਚ ਗਈ। ਉਸਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ, ਪਰ ਉਹ ਉੱਥੇ ਨਹੀਂ ਸੀ। ਇਹ ਦੇਖ ਕੇ ਮੈਨੂੰ ਹੈਰਾਨੀ ਹੋਈ। ਮੈਂ ਜਾ ਕੇ ਆਪਣੀ ਸੱਸ ਦੇ ਕਮਰੇ ਵਿੱਚ ਦੇਖਿਆ, ਪਰ ਉਹ ਉੱਥੇ ਵੀ ਨਹੀਂ ਸੀ। ਹੇ ਪ੍ਰਮਾਤਮਾ, ਇਹ ਸੀਮਾ ਕਿੱਥੇ ਗਈ? ਮੈਂ ਇਹ ਸੋਚ ਹੀ ਰਹੀ ਸੀ ਕਿ ਇੰਨੇ ਵਿੱਚ ਮੇਰੀ ਨਜ਼ਰ ਬਾਹਰ ਦੇ ਦਰਵਾਜ਼ੇ 'ਤੇ ਪਈ ਤਾਂ ਦੇਖਿਆ ਸੀਮਾ ਉੱਥੋਂ ਅੰਦਰ ਆ ਰਹੀ ਸੀ। "ਸੀਮਾ, ਤੂੰ ਬਾਹਰੋਂ ਆ ਰਹੀ ਹੈ?" ਮੈਂ ਹੈਰਾਨੀ ਨਾਲ ਪੁੱਛਿਆ। "ਨਹੀਂ ਭਾਬੀ, ਮੈਂ ਤਾਂ ਬਸ ਦਰਵਾਜ਼ਾ ਬੰਦ ਕਰ ਰਹੀ ਸੀ। ਦਰਵਾਜ਼ੇ ਦੇ ਕੋਲ ਮੈਨੂੰ ਇੱਕ ਬਿੱਲੀ ਨਜ਼ਰ ਆਈ। ਉਸ ਨੂੰ ਭਜਾਉਂਦੇ-ਭਜਾਉਂਦੇ ਮੈਂ ਬਾਹਰ ਚਲੀ ਗਈ," ਸੀਮਾ ਨੇ ਕਿਹਾ ਤਾਂ ਮੈਂ ਸੋਚਾਂ ਵਿੱਚ ਪੈ ਗਈ। ਮੈਂ ਉਸਨੂੰ ਦੁਪੱਟਾ ਦਿੱਤਾ ਅਤੇ ਵਾਪਸ ਆਪਣੇ ਕਮਰੇ ਵਿੱਚ ਆ ਗਈ। ਅੱਜ ਅਮਨ ਨੂੰ ਗਏ ਹੋਏ 3 ਦਿਨ ਹੋ ਗਏ ਸਨ। ਮੈਂ ਉਹਨਾਂ ਨੂੰ ਬਹੁਤ ਯਾਦ ਕਰ ਰਹੀ ਸੀ। ਉਹਨਾਂ ਦੀ ਯਾਦ ਵਿੱਚ ਗੁਆਚੇ ਹੋਏ ਹੀ ਮੈਨੂੰ ਨੀਂਦ ਆ ਗਈ। ਸਵੇਰੇ ਮੈਂ ਉੱਠੀ ਤਾਂ ਮੇਰਾ ਸਿਰ ਭਾਰੀ ਹੋ ਰਿਹਾ ਸੀ। ਵਿਆਹ ਵਿੱਚ ਜਾਣ ਕਰਕੇ ਬਹੁਤ ਥਕਾਵਟ ਹੋ ਰਹੀ ਸੀ। ਮੈਂ ਉੱਠ ਕੇ ਘਰ ਦੇ ਸਾਰੇ ਕੰਮ ਨਿਬੇੜੇ ਅਤੇ ਦਿਨ ਦੇ 11:30 ਵਜੇ ਆਪਣੀ ਭੈਣ ਨੂੰ ਫੋਨ ਕਰਨ ਬੈਠੀ ਹੀ ਸੀ ਕਿ ਸੀਮਾ ਮੇਰੇ ਕਮਰੇ ਵਿੱਚ ਆ ਗਈ। "ਭਾਬੀ, ਮੈਨੂੰ ਤੁਹਾਡੇ ਨਾਲ ਕੁਝ ਗੱਲ ਕਰਨੀ ਹੈ," ਸੀਮਾ ਨੇ ਥੱਕੇ-ਥੱਕੇ ਅੰਦਾਜ਼ ਵਿੱਚ ਕਿਹਾ। "ਗੱਲ ਨੂੰ ਛੱਡ, ਇਹ ਤੈਨੂੰ ਕੀ ਹੋਇਆ ਹੈ?" ਮੈਂ ਅੱਗੇ ਵੱਧ ਕੇ ਸੀਮਾ ਨੂੰ ਫੜ ਲਿਆ। ਉਸ ਦੀਆਂ ਅੱਖਾਂ ਲਾਲ ਹੋ ਰਹੀਆਂ ਸਨ। ਉਸ ਤੋਂ ਚੰਗੀ ਤਰ੍ਹਾਂ ਚੱਲਿਆ ਵੀ ਨਹੀਂ ਜਾ ਰਿਹਾ ਸੀ। ਲੱਗ ਰਿਹਾ ਸੀ ਜਿਵੇਂ ਉਸਨੂੰ ਬੁਖਾਰ ਹੋਵੇ। ਮੈਂ ਉਸਦੇ ਮੱਥੇ 'ਤੇ ਹੱਥ ਲਗਾਇਆ ਤਾਂ ਉਹ ਬੁਖਾਰ ਵਿੱਚ ਤਪ ਰਹੀ ਸੀ। "ਭਾਬੀ, ਮੇਰੀ ਤਬੀਅਤ ਨੂੰ ਪਤਾ ਨਹੀਂ ਕੀ ਹੋ ਗਿਆ ਹੈ," ਸੀਮਾ ਨੇ ਥੱਕੀ ਹੋਈ ਆਵਾਜ਼ ਵਿੱਚ ਕਿਹਾ। ਮੈਂ ਕਿਹਾ, "ਤੈਨੂੰ ਤਾਂ ਤੇਜ਼ ਬੁਖਾਰ ਹੈ। ਚੱਲ ਮੈਂ ਤੈਨੂੰ ਡਾਕਟਰ ਕੋਲ ਲੈ ਚੱਲਾਂ।" ਪਰ ਸੀਮਾ ਆਪਣੇ ਕਮਰੇ ਵਿੱਚ ਜਾਣਾ ਚਾਹੁੰਦੀ ਸੀ। ਮੈਂ ਉਸਨੂੰ ਉਸਦੇ ਕਮਰੇ ਵਿੱਚ ਛੱਡ ਕੇ ਚਾਹ ਦੇ ਕੇ ਵਾਪਸ ਆ ਗਈ। ਮੈਂ ਦੁਪਹਿਰ ਦੀ ਰੋਟੀ ਬਣਾਈ, ਪਰ ਸੀਮਾ ਰੋਟੀ ਖਾਣ ਲਈ ਨਹੀਂ ਆਈ। ਮੈਂ ਉਸਨੂੰ ਦੇਖਣ ਲਈ ਕਮਰੇ ਵਿੱਚ ਗਈ। ਉਸਦੇ ਕਮਰੇ ਦਾ ਦਰਵਾਜ਼ਾ ਬੰਦ ਸੀ। ਮੈਂ ਪਰੇਸ਼ਾਨ ਹੋ ਗਈ। ਹਾਲੇ ਘਰ ਦੇ ਬਾਕੀ ਕੰਮ ਵੀ ਦੇਖਣੇ ਸਨ। ਮੇਰੀ ਸੱਸ ਵੀ ਸੀਮਾ ਨੂੰ ਬੁਲਾ-ਬੁਲਾ ਕੇ ਥੱਕ ਚੁੱਕੀ ਸੀ। ਰਾਤ ਦੀ ਰੋਟੀ ਵੀ ਅਸੀਂ ਦੋਵਾਂ ਨੇ ਹੀ ਖਾਧੀ। ਸੀਮਾ ਕਮਰੇ ਤੋਂ ਬਾਹਰ ਨਹੀਂ ਆਈ। ਇੱਧਰ ਮੈਂ ਅਮਨ ਦੇ ਕਾਰਨ ਵੀ ਪਰੇਸ਼ਾਨ ਸੀ। ਅਗਲੇ ਦਿਨ ਜਦੋਂ ਮੇਰੇ ਪਤੀ ਬਾਹਰ ਤੋਂ ਆਏ ਤਾਂ ਮੈਂ ਖੁਸ਼ੀ-ਖੁਸ਼ੀ ਉਹਨਾਂ ਦਾ ਵੈਲਕਮ ਕੀਤਾ। ਫਿਰ ਮੈਂ ਉਹਨਾਂ ਨੂੰ ਸੀਮਾ ਬਾਰੇ ਦੱਸਿਆ ਤਾਂ ਉਹ ਸੀਮਾ ਨੂੰ ਮਿਲਣ ਉਸਦੇ ਕਮਰੇ ਵੱਲ ਚਲੇ ਗਏ, ਪਰ ਸੀਮਾ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਹ ਕਹਿਣ ਲੱਗੇ, "ਮੈਨੂੰ ਲੱਗਦਾ ਹੈ ਕਿ ਸੀਮਾ ਮੇਰੀ ਕਿਸੇ ਗੱਲ ਤੋਂ ਨਾਰਾਜ਼ ਹੈ।" ਮੈਂ ਕਿਹਾ, "ਅਜਿਹੀ ਕੋਈ ਗੱਲ ਨਹੀਂ ਹੈ। ਉਹ 2 ਦਿਨ ਤੋਂ ਆਪਣੇ ਕਮਰੇ ਵਿੱਚ ਹੀ ਬੰਦ ਹੈ। ਸਾਨੂੰ ਕਿਸੇ ਨੂੰ ਵੀ ਨਹੀਂ ਦੱਸ ਰਹੀ ਕਿ ਕੀ ਗੱਲ ਹੈ।" ਸੀਮਾ ਕਰਕੇ ਹੁਣ ਅਸੀਂ ਸਾਰੇ ਪਰੇਸ਼ਾਨ ਸੀ। ਬੜੀ ਮੁਸ਼ਕਿਲ ਨਾਲ ਅਮਨ ਤੇ ਮੰਮੀ ਜੀ ਨੇ ਸੀਮਾ ਦੇ ਕਮਰੇ ਦਾ ਦਰਵਾਜ਼ਾ ਖੁਲਵਾਇਆ। ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਬਹੁਤ ਬਿਮਾਰ ਲੱਗ ਰਹੀ ਸੀ। ਉਸਦਾ ਚਿਹਰਾ ਮੁਰਝਾਇਆ ਹੋਇਆ ਸੀ ਅਤੇ ਉਸਦੀਆਂ ਅੱਖਾਂ ਥੱਲੇ ਕਾਲੇ-ਕਾਲੇ ਘੇਰੇ ਬਣੇ ਹੋਏ ਸਨ। ਉਸ ਤੋਂ ਪਹਿਲਾਂ ਕਿ ਅਸੀਂ ਸੀਮਾ ਨੂੰ ਕੁਝ ਕਹਿੰਦੇ, ਉਹ ਦਰਵਾਜ਼ੇ ਕੋਲ ਹੀ ਗਿਰ ਕੇ ਬੇਹੋਸ਼ ਹੋ ਗਈ। ਅਸੀਂ ਫਟਾਫਟ ਉਸਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ। ਠੰਡੇ ਪਾਣੀ ਦੇ ਛਿੱਟੇ ਉਸਦੇ ਚਿਹਰੇ 'ਤੇ ਮਾਰੇ, ਪਰ ਉਸਨੂੰ ਹੋਸ਼ ਨਹੀਂ ਆਇਆ। ਮੈਂ ਉਸਦੀ ਨਬਜ਼ ਚੈੱਕ ਕੀਤੀ
ਜੋ ਬਹੁਤ ਘੱਟ ਹੋ ਰਹੀ ਸੀ। ਅਸੀਂ ਸੀਮਾ ਨੂੰ ਗੱਡੀ ਵਿੱਚ ਲੈ ਕੇ ਹਸਪਤਾਲ ਪਹੁੰਚ ਗਏ। ਡਾਕਟਰ ਨੇ ਸੀਮਾ ਨੂੰ ਐਮਰਜੈਂਸੀ ਵਾਰਡ ਵਿੱਚ ਦਾਖਲ ਕਰ ਲਿਆ। ਸਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਅਸੀਂ ਡਾਕਟਰ ਕੋਲ ਗਏ। ਡਾਕਟਰ ਨੇ ਦੱਸਿਆ ਕਿ ਸੀਮਾ ਦੀ ਹਾਲਤ ਨਾਜ਼ੁਕ ਹੈ। ਉਸ ਨੂੰ 24 ਘੰਟੇ ਆਈਸੀਯੂ ਵਿੱਚ ਰੱਖਿਆ ਜਾਵੇਗਾ। ਉਸ ਤੋਂ ਬਾਅਦ ਹੀ ਕੋਈ ਫੈਸਲਾ ਹੋਵੇਗਾ। ਅਮਨ ਅਤੇ ਮੰਮੀ ਜੀ ਮੈਨੂੰ ਘੂਰਨ ਲੱਗੇ। ਉਹ ਬੋਲੇ, ਤੂੰ ਹੀ ਉਸ ਨੂੰ ਕੁਝ ਕਿਹਾ ਹੋਵੇਗਾ, ਨਹੀਂ ਤਾਂ ਉਹ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਨਾ ਕਰਦੀ। ਮੈਂ ਉਹਨਾਂ ਦੀ ਗੱਲ ਦਾ ਕੀ ਜਵਾਬ ਦਿੰਦੀ। ਮੈਂ ਤਾਂ ਆਪਣੀ ਨਣਦ ਨੂੰ ਆਪਣੀ ਭੈਣਾਂ ਵਾਂਗੂ ਪਿਆਰ ਕਰਦੀ ਸੀ। ਥੋੜ੍ਹੀ ਦੇਰ ਬਾਅਦ ਡਾਕਟਰ ਨੇ ਦੱਸਿਆ ਕਿ ਸੀਮਾ ਦੀ ਹਾਲਤ ਹੁਣ ਠੀਕ ਹੈ, ਪਰ ਉਸ ਦਾ ਖਿਆਲ ਰੱਖਣਾ ਪਵੇਗਾ। ਉਸ ਨੂੰ ਸਖਤ ਪਰੇਸ਼ਾਨੀ ਵਿੱਚ ਰੱਖਿਆ ਗਿਆ ਹੈ। ਇਸ ਗੱਲ ਤੇ ਅਮਨ ਅਤੇ ਮੇਰੀ ਸੱਸ ਮੈਨੂੰ ਘੂਰਨ ਲੱਗੇ, ਜਦੋਂ ਕਿ ਮੈਂ ਕੁਝ ਨਹੀਂ ਕੀਤਾ ਸੀ। ਫਿਰ ਅਸੀਂ ਸੀਮਾ ਨੂੰ ਮਿਲਣ ਗਏ। ਅਸੀਂ ਦੇਖਿਆ ਕਿ ਉਹ ਇੱਕ ਟੱਕ ਲਾਈ ਛੱਤ ਵੱਲ ਹੀ ਵੇਖੀ ਜਾ ਰਹੀ ਸੀ। ਕਿਸੇ ਨੂੰ ਕੁਝ ਨਹੀਂ ਸਮਝ ਆ ਰਿਹਾ ਸੀ ਕਿ ਸੀਮਾ ਨੂੰ ਕੀ ਹੋਇਆ ਹੈ। ਡਾਕਟਰ ਨੇ ਸਿਰਫ ਇੰਨਾ ਦੱਸਿਆ ਕਿ ਸੀਮਾ ਨੂੰ ਸਾਹ ਘੁੱਟਣ ਕਰਕੇ ਅਚਾਨਕ ਦਿਲ ਦਾ ਦੌਰਾ ਪੈਂਦੇ ਪੈਂਦੇ ਬਚਿਆ। ਜੇਕਰ ਦੇਰ ਹੋ ਜਾਂਦੀ ਤਾਂ ਮੌਤ ਦੇ ਮੂੰਹ ਵਿੱਚ ਵੀ ਜਾ ਸਕਦੀ ਸੀ। ਇਹ ਗੱਲ ਸੁਣ ਕੇ ਸਾਨੂੰ ਬਹੁਤ ਧੱਕਾ ਲੱਗਿਆ। ਖੈਰ, ਇੱਕ ਹੀ ਦਿਨ ਵਿੱਚ ਸੀਮਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਡਾਕਟਰਾਂ ਨੇ ਸਾਨੂੰ ਬੁਲਾ ਕੇ ਇਸ ਗੱਲ ਦੀ ਚੇਤਾਵਨੀ ਦਿੱਤੀ ਕਿ ਅਸੀਂ ਸੀਮਾ ਨੂੰ ਬਾਹਰ ਖੁੱਲ੍ਹੀ ਹਵਾ ਵਿੱਚ ਰੱਖੀਏ। ਅਸੀਂ ਸੀਮਾ ਨੂੰ ਲੈ ਕੇ ਘਰ ਆ ਗਏ। ਉਹ ਕੁਝ ਖੋਈ-ਖੋਈ ਲੱਗ ਰਹੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਸਨੂੰ ਕੋਈ ਵੱਡੀ ਪਰੇਸ਼ਾਨੀ ਹੋਵੇ, ਪਰ ਮੇਰੇ ਬਾਰ-ਬਾਰ ਪੁੱਛਣ 'ਤੇ ਵੀ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਉਹ ਬਸ ਆਪਣੇ ਕਮਰੇ ਵਿੱਚ ਜਾਣ ਦੀ ਜਿੱਦ ਕਰ ਰਹੀ ਸੀ। ਮਜਬੂਰ ਹੋ ਕੇ ਅਸੀਂ ਉਸਨੂੰ ਉਸਦੇ ਕਮਰੇ ਵਿੱਚ ਲਿਜਾ ਕੇ ਬਿਠਾ ਦਿੱਤਾ, ਪਰ ਡਾਕਟਰ ਨੇ ਕਿਹਾ ਸੀ ਕਿ ਉਸਨੂੰ ਕੋਈ ਟੈਨਸ਼ਨ ਨਹੀਂ ਦੇਣੀ। ਸੀਮਾ ਨੇ ਆਪਣੇ ਕਮਰੇ ਵਿੱਚ ਜਾ ਕੇ ਥੋੜ੍ਹੀ ਦੇਰ ਬਾਅਦ ਹੀ ਫਿਰ ਤੋਂ ਦਰਵਾਜ਼ਾ ਬੰਦ ਕਰ ਲਿਆ। ਬਹੁਤ ਦੇਰ ਤੱਕ ਉਸਦਾ ਦਰਵਾਜ਼ਾ ਬੰਦ ਰਿਹਾ। ਸਾਨੂੰ ਦੁਬਾਰਾ ਸ਼ੱਕ ਹੋਣ ਲੱਗਿਆ। ਅਸੀਂ ਉਸਦਾ ਦਰਵਾਜ਼ਾ ਖੜਕਾਇਆ। ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਅਸੀਂ ਦੇਖਿਆ ਉਸਨੂੰ ਸਾਹ ਚੜ੍ਹਿਆ ਹੋਇਆ ਸੀ। ਉਹ ਇੱਕਦਮ ਜ਼ਮੀਨ 'ਤੇ ਗਿਰੀ ਅਤੇ ਦੁਬਾਰਾ ਬੇਹੋਸ਼ ਹੋ ਗਈ। ਹੁਣ ਮੰਮੀ ਜੀ ਅਤੇ ਅਮਨ ਮੈਨੂੰ ਝਿੜਕਣ ਲੱਗੇ। ਇੱਕ ਵਾਰ ਫਿਰ ਸੀਮਾ ਨੂੰ ਹਸਪਤਾਲ ਲੈ ਕੇ ਜਾਣਾ ਪਿਆ। ਡਾਕਟਰ ਨੇ ਸਾਨੂੰ ਝਿੜਕਦੇ ਹੋਏ ਕਿਹਾ, ਤੁਹਾਨੂੰ ਕਿਹਾ ਸੀ ਕਿ ਇਸ ਨੂੰ ਤਾਜ਼ੀ ਹਵਾ ਵਿੱਚ ਰੱਖੋ। ਬਾਰ-ਬਾਰ ਸਾਹ ਘੁੱਟਣ ਕਰਕੇ ਉਸ ਨਾਲ ਇਹ ਸਭ ਕੁਝ ਹੋ ਰਿਹਾ ਹੈ। ਜੇਕਰ ਇਸੇ ਤਰ੍ਹਾਂ ਲਾਪਰਵਾਹੀ ਹੁੰਦੀ ਰਹੀ ਤਾਂ ਸੀਮਾ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ। ਇਸ ਨੂੰ ਫੇਫੜਿਆਂ ਦੀ ਦਿੱਕਤ ਵੀ ਹੋ ਸਕਦੀ ਹੈ। ਅਸੀਂ ਸਭ ਬਹੁਤ ਪਰੇਸ਼ਾਨ ਸੀ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਿਆ ਜਾਵੇ। ਮੈਂ ਅਮਨ ਨਾਲ ਗੱਲ ਕੀਤੀ ਅਤੇ ਕਿਹਾ, ਹੁਣ ਸੀਮਾ ਨੂੰ ਕਮਰੇ ਵਿੱਚ ਇਕੱਲੇ ਨਹੀਂ ਰਹਿਣ ਦੇਣਾ ਚਾਹੀਦਾ। ਜੇਕਰ ਇਹ ਇਸੇ ਤਰ੍ਹਾਂ ਕਰੇਗੀ, ਇਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਅਮਨ ਬੋਲੇ, ਉਹ ਸਭ ਤਾਂ ਠੀਕ ਹੈ, ਪਰ ਜੇਕਰ ਅਸੀਂ ਬਗੈਰ ਜਾਣੇ ਉਸ ਨੂੰ ਅਲੱਗ ਕਮਰੇ ਵਿੱਚ ਰੱਖਾਂਗੇ ਤਾਂ ਇਹ ਪਹਿਲੀ ਹੋਰ ਵੀ ਉਲਝ ਜਾਵੇਗੀ। ਤੈਨੂੰ ਉਸਦੇ ਬੰਦ ਕਮਰੇ ਵਿੱਚ ਝਾਂਕ ਕੇ ਦੇਖਣਾ ਹੋਵੇਗਾ ਕਿ ਉਸਦੇ ਕਮਰੇ ਵਿੱਚ ਅਜਿਹਾ ਕੀ ਹੈ ਜੋ ਇਹ ਸਾਡੇ ਸਾਹਮਣੇ ਬੈਠਣ ਤੋਂ ਵੀ ਕਤਰਾਉਂਦੀ ਹੈ। ਅਮਨ ਦੀ ਗੱਲ ਵੀ ਸਹੀ ਸੀ। ਮੈਂ ਸੀਮਾ ਦੇ ਕਮਰੇ ਦੀ ਖਿੜਕੀ ਦੇ ਪਰਦੇ ਨੂੰ ਥੋੜ੍ਹਾ ਜਿਹਾ ਸਰਕਾ ਕੇ ਛੱਡ ਦਿੱਤਾ, ਤਾਂ ਜੋ ਜਦੋਂ ਉਹ ਇਕੱਲੀ ਕਮਰੇ ਵਿੱਚ ਹੋਵੇ ਮੈਂ ਦੇਖ ਸਕਾਂ ਕਿ ਆਖਿਰ ਅਜਿਹੀ ਕਿਹੜੀ ਗੱਲ ਹੈ ਜੋ ਸੀਮਾ ਹਰ ਸਮੇਂ ਆਪਣੇ ਕਮਰੇ ਵਿੱਚ ਬੰਦ ਰਹਿੰਦੀ ਹੈ ਅਤੇ ਬਾਹਰ ਆ ਕੇ ਬੈਠਣਾ ਤੱਕ ਪਸੰਦ ਨਹੀਂ ਕਰਦੀ। ਰਾਤ ਨੂੰ ਰੋਟੀ ਖਾ ਕੇ ਸੀਮਾ ਆਪਣੇ ਕਮਰੇ ਵਿੱਚ ਚਲੀ ਗਈ। ਉਸਨੇ ਦਰਵਾਜ਼ਾ ਬੰਦ ਕਰ ਲਿਆ। ਉਸਦੇ ਕਮਰੇ ਵਿੱਚ ਜਾਣ ਤੋਂ ਬਾਅਦ ਮੈਂ ਦਰਵਾਜ਼ੇ ਦੇ ਬਾਹਰ ਖੜ੍ਹੇ ਹੋ ਕੇ ਅੰਦਰ ਝਾਂਕਣ ਦੀ ਕੋਸ਼ਿਸ਼ ਕੀਤੀ। ਅੰਦਰ ਦਾ ਨਜ਼ਾਰਾ ਦੇਖ ਕੇ ਮੈਂ ਹੈਰਾਨ ਹੋ ਗਈ। ਸੀਮਾ ਨੇ ਆਪਣੇ ਚਾਰੇ ਪਾਸੇ ਬਹੁਤ ਸਾਰੀਆਂ ਮੋਮਬੱਤੀਆਂ ਜਲਾਈਆਂ ਹੋਈਆਂ ਸਨ। ਉਹ ਉਹਨਾਂ ਵਿੱਚ ਚੁੱਪਚਾਪ ਬੈਠੀ ਸੀ। ਉਸਨੇ ਆਪਣੇ ਵਾਲ ਖੋਲ੍ਹੇ ਹੋਏ ਸਨ। ਉਸਦਾ ਹੁਲੀਆ ਅਜੀਬ ਜਿਹਾ ਸੀ। ਹੁਣ ਮੈਨੂੰ ਸਾਰੀ ਗੱਲ ਸਮਝ ਆ ਗਈ ਸੀ ਕਿ ਸੀਮਾ ਦਾ ਸਾਹ ਮੋਮਬੱਤੀ ਜਲਣ ਕਰਕੇ ਘੁੱਟਦਾ ਹੈ। ਮੋਮਬੱਤੀ ਵਿੱਚੋਂ ਇੱਕ ਖਾਸ ਕਿਸਮ ਦੀ ਗੈਸ ਨਿਕਲਦੀ ਹੈ, ਜਿਸ ਨਾਲ ਸਾਹ ਦੀ ਬਿਮਾਰੀ ਹੁੰਦੀ ਹੈ, ਅਤੇ ਜੇਕਰ ਬੰਦਾ ਜ਼ਿਆਦਾ ਦੇਰ ਤੱਕ ਮੋਮਬੱਤੀ ਦੇ ਸਾਹਮਣੇ ਬੈਠਾ ਰਹੇ, ਉਸਦਾ ਸਾਹ ਵੀ ਰੁਕ ਸਕਦਾ ਹੈ। ਮੈਂ ਫੌਰਨ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਸੀਮਾ ਨੇ ਫਟਾਫਟ ਆਪਣੇ ਵਾਲ ਬੰਨੇ। ਉਸਨੇ ਮੋਮਬੱਤੀਆਂ ਬੁਝਾ ਕੇ ਇੱਕ ਦਰਾਜ਼ ਵਿੱਚ ਰੱਖ ਦਿੱਤੀਆਂ ਅਤੇ ਦਰਵਾਜ਼ਾ ਖੋਲ੍ਹ ਕੇ ਗੁੱਸੇ ਵਿੱਚ ਬੋਲੀ, ਕੀ ਗੱਲ ਹੈ, ਦਰਵਾਜ਼ਾ ਕਿਉਂ ਖੜਕਾ ਰਹੇ ਹੋ? ਮੈਨੂੰ ਹੋਰ ਕੋਈ ਬਹਾਨਾ ਨਹੀਂ ਸੁੱਝਿਆ ਤਾਂ ਮੈਂ ਸੀਮਾ ਨੂੰ ਪਿਆਰ ਨਾਲ ਕਿਹਾ, ਮੈਂ ਆਪਣੇ ਉਹ ਕੱਪੜੇ ਲੈਣ ਆਈ ਸੀ ਜੋ ਤੂੰ ਮੇਰੇ ਤੋਂ 2 ਹਫ਼ਤੇ ਪਹਿਲਾਂ ਲਏ ਸੀ। ਮੈਨੂੰ ਕੱਲ੍ਹ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਣਾ ਹੈ ਤੇ ਉਹ ਸੂਟ ਮੈਂ ਪਾ ਕੇ ਜਾਣਾ ਹੈ। ਜੇਕਰ ਤੂੰ ਮੈਨੂੰ ਹੁਣੇ ਦੇ ਦੇਵੇਂ ਤਾਂ ਮੈਂ ਉਸ ਨੂੰ ਧੋ ਕੇ ਰੱਖ ਦੇਵਾਂ। ਸਵੇਰੇ ਤੱਕ ਕੱਪੜੇ ਸੁੱਕ ਜਾਣਗੇ ਤਾਂ ਮੈਂ ਫੰਕਸ਼ਨ ਵਿੱਚ ਪਾ ਕੇ ਚਲੀ ਜਾਵਾਂਗੀ। ਮੇਰੀ ਗੱਲ 'ਤੇ ਸੀਮਾ ਦਾ ਗੁੱਸਾ ਠੰਡਾ ਹੋ ਗਿਆ ਅਤੇ ਉਹ ਬੋਲੀ, ਭਾਬੀ ਮੈਂ ਤਾਂ ਭੁੱਲ ਹੀ ਗਈ ਸੀ। ਤੁਸੀਂ ਇੰਜ ਕਰੋ, ਮੇਰਾ ਕੋਈ ਹੋਰ ਸੂਟ ਲੈ ਲਓ।
ਮੈਂ ਤੁਹਾਨੂੰ ਉਹ ਸੂਟ ਅਜੇ ਨਹੀਂ ਦੇ ਸਕਦੀ। ਕਿਉਂ? ਮੈਨੂੰ ਤਾਂ ਆਪਣਾ ਹੀ ਸੂਟ ਚਾਹੀਦਾ ਹੈ, ਮੈਂ ਉਸਨੂੰ ਜ਼ੋਰ ਦੇ ਕੇ ਕਿਹਾ। ਉਹ ਕੱਪੜੇ ਦੇਣ ਲਈ ਨਹੀਂ ਮੰਨ ਰਹੀ ਸੀ, ਪਰ ਮੇਰੀ ਨਜ਼ਰ ਸਾਹਮਣੇ ਹੈਂਗਰ ਤੇ ਪਈ ਜਿੱਥੇ ਮੇਰਾ ਸੂਟ ਲਟਕ ਰਿਹਾ ਸੀ। ਮੈਂ ਸੀਮਾ ਨੂੰ ਕਿਹਾ, ਤੂੰ ਘੱਟ ਤੋਂ ਘੱਟ ਆਪਣੇ ਕਮਰੇ ਦਾ ਪਰਦਾ ਤਾਂ ਹਟਾ। ਡਾਕਟਰ ਨੇ ਕਿਹਾ ਹੈ ਤੈਨੂੰ ਤਾਜ਼ੀ ਹਵਾ ਦੀ ਲੋੜ ਹੈ। ਇਹ ਕਹਿ ਕੇ ਮੈਂ ਸੀਮਾ ਦੇ ਕਮਰੇ ਦਾ ਪਰਦਾ ਹਟਾਉਣਾ ਚਾਹਿਆ। ਭਾਬੀ, ਇਹ ਤੁਸੀਂ ਕੀ ਕਰ ਰਹੇ ਹੋ? ਮੈਂ ਬਿਨਾਂ ਪਰਦੇ ਦੇ ਕਿਵੇਂ ਰਹਾਂਗੀ? ਕੋਈ ਗੱਲ ਨਹੀਂ ਸੀਮਾ, ਇਸ ਘਰ ਵਿੱਚ ਕਿਹੜਾ ਕੋਈ ਓਪਰਾ ਰਹਿੰਦਾ ਹੈ। ਮੈਂ ਅੱਗੇ ਵੱਧ ਕੇ ਪਰਦਾ ਹਟਾਉਣਾ ਚਾਹਿਆ, ਪਰ ਉਹ ਖਿੱਚ ਕੇ ਬੋਲੀ, ਭਾਬੀ ਤੁਸੀਂ ਆਪਣੇ ਕੰਮ ਨਾਲ ਕੰਮ ਰੱਖੋ, ਮੈਂ ਹੁਣ ਬਿਲਕੁਲ ਠੀਕ ਹਾਂ। ਮੈਂ ਕਿਹਾ, ਚੰਗਾ ਠੀਕ ਹੈ, ਮੈਂ ਹੁਣ ਜਾਂਦੀ ਹਾਂ, ਸਵੇਰੇ ਗੱਲ ਕਰਾਂਗੇ। ਮੈਂ ਉਸ ਨਾਲ ਬਹਿਸ ਕਰਨਾ ਠੀਕ ਨਹੀਂ ਸਮਝਿਆ। ਕਮਰੇ ਵਿੱਚ ਆ ਕੇ ਮੈਂ ਅਮਨ ਨੂੰ ਸਾਰੀ ਗੱਲ ਦੱਸੀ। ਮੈਂ ਉਹਨਾਂ ਨੂੰ ਦੱਸਿਆ ਕਿ ਸੀਮਾ ਦਾ ਬਾਰ-ਬਾਰ ਸਾਹ ਬੰਦ ਹੋਣ ਦਾ ਕੀ ਕਾਰਨ ਹੈ। ਮੇਰੀ ਗੱਲ ਸੁਣ ਕੇ ਅਮਨ ਵੀ ਹੈਰਾਨ ਹੋ ਗਏ ਕਿ ਸੀਮਾ ਨੂੰ ਅਜਿਹਾ ਕਰਨ ਦੀ ਕੀ ਜ਼ਰੂਰਤ ਹੈ। ਜ਼ਰੂਰ ਉਹ ਆਪਣੇ ਉੱਪਰ ਕੋਈ ਐਕਸਪੈਰੀਮੈਂਟ ਕਰ ਰਹੀ ਹੈ, ਪਰ ਮੈਨੂੰ ਇਸ ਗੱਲ 'ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਸੀਮਾ ਇਹ ਸਭ ਕੁਝ ਬਿਨਾਂ ਵਜ੍ਹਾ ਕਰ ਰਹੀ ਹੈ। ਖੈਰ, ਮੈਂ ਬਾਥਰੂਮ ਵਿੱਚ ਚਲੀ ਗਈ ਅਤੇ ਇੱਕ ਟੱਬ ਵਿੱਚ ਸਰਫ ਪਾ ਕੇ ਉਹ ਕੱਪੜੇ ਜੋ ਸੀਮਾ ਨੂੰ ਇੱਕ ਹਫ਼ਤਾ ਪਹਿਲਾਂ ਦਿੱਤੇ ਸੀ, ਉਹਨਾਂ ਨੂੰ ਧੋਣ ਹੀ ਲੱਗੀ ਸੀ ਕਿ ਮੇਰੀ ਨਜ਼ਰ ਆਪਣੀ ਕਮੀਜ਼ ਦੇ ਗਲੇ 'ਤੇ ਪਈ। ਉੱਥੇ ਅੰਡੇ ਦੇ ਕੁਝ ਛਿਲਕੇ ਲੱਗੇ ਹੋਏ ਸਨ। ਮੈਨੂੰ ਬਹੁਤ ਹੈਰਾਨੀ ਹੋਈ। ਮੇਰੇ ਕਮੀਜ਼ 'ਤੇ ਕਾਫੀ ਥਾਂ 'ਤੇ ਅੰਡੇ ਦੇ ਛਿਲਕੇ ਅਤੇ ਅਜੀਬ ਜਿਹੀ ਬਦਬੂ ਵਾਲਾ ਮੈਲ ਲੱਗਿਆ ਹੋਇਆ ਸੀ। ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਕਿ ਸੀਮਾ ਨੇ ਮੇਰਾ ਸਾਰਾ ਸੂਟ ਖਰਾਬ ਕਰ ਦਿੱਤਾ। ਮੇਰੇ ਕੱਪੜਿਆਂ 'ਤੇ ਬਹੁਤ ਸਾਰਾ ਰੰਗ ਵੀ ਲੱਗਿਆ ਹੋਇਆ ਸੀ। ਕੱਪੜੇ ਟੱਬ ਵਿੱਚ ਪਾ ਕੇ ਮੈਂ ਬਾਹਰ ਆਈ ਤਾਂ ਅਮਨ ਮੇਰਾ ਇੰਤਜ਼ਾਰ ਕਰ ਰਹੇ ਸਨ। ਉਹ ਵੀ ਪਰੇਸ਼ਾਨ ਸਨ। ਮੈਂ ਉਹਨਾਂ ਨੂੰ ਇਹ ਗੱਲ ਦੱਸ ਕੇ ਹੋਰ ਵੀ ਪਰੇਸ਼ਾਨ ਕਰ ਦਿੱਤਾ, ਪਰ ਮੈਂ ਜਾਣਦੀ ਸੀ ਕਿ ਮੈਨੂੰ ਕੀ ਕਰਨਾ ਹੈ। ਮੈਂ ਸਾਰੀ ਰਾਤ ਇਹੀ ਸੋਚਦੀ ਰਹੀ ਕਿ ਸੀਮਾ ਲਈ ਅਜਿਹਾ ਕੀ ਕਰਾਂ ਕਿ ਉਸਨੂੰ ਮੇਰੇ 'ਤੇ ਭਰੋਸਾ ਹੋ ਜਾਏ, ਉਹ ਸਾਰੀ ਗੱਲ ਮੈਨੂੰ ਦੱਸੇ ਅਤੇ ਮੈਂ ਉਸਨੂੰ ਇਸ ਮੁਸੀਬਤ ਤੋਂ ਬਚਾ ਸਕਾਂ ਜੋ ਪਤਾ ਨਹੀਂ ਉਸਨੇ ਆਪਣੇ ਦਿਮਾਗ ਵਿੱਚ ਕਦੋਂ ਤੋਂ ਪਾਲ ਰੱਖੀ ਸੀ। ਇਹੀ ਸੋਚਦੇ ਸੋਚਦੇ ਰਾਤ ਦੇ 3 ਵੱਜ ਗਏ। ਮੈਨੂੰ ਕਰੀਬ 4 ਵਜੇ ਨੀਂਦ ਆਈ। ਮੈਂ ਸੋਚਿਆ ਕਿ ਸਵੇਰ ਨੂੰ ਲੇਟ ਹੀ ਉੱਠਾਂਗੀ ਕਿਉਂਕਿ ਰਾਤ ਨੂੰ ਮੈਂ ਬਹੁਤ ਲੇਟ ਸੋਈ ਸੀ। ਪਰ ਸਵੇਰੇ ਕਰੀਬ 6 ਵਜੇ ਮੈਨੂੰ ਆਪਣੇ ਘਰ ਵਿੱਚ ਬਹੁਤ ਰੌਲਾ ਪੈਣ ਦੀ ਆਵਾਜ਼ ਆਈ। ਮੇਰੀ ਸੱਸ ਰੋ ਰਹੀ ਸੀ, ਜਦੋਂ ਕਿ ਮੇਰੇ ਪਤੀ ਵੀ ਉੱਚੀ ਆਵਾਜ਼ ਵਿੱਚ ਗੱਲਾਂ ਕਰ ਰਹੇ ਸਨ। ਮੈਂ ਫੌਰਨ ਹੜਬੜਾ ਕੇ ਉੱਠੀ, ਬਾਹਰ ਗਈ ਤਾਂ ਦੇਖਿਆ ਘਰ ਵਿੱਚ ਸਾਡੇ ਕੁਝ ਗੁਆਂਢੀ ਵੀ ਮੌਜੂਦ ਸਨ, ਜਦੋਂ ਕਿ ਮੇਰੀ ਸੱਸ ਦਾ ਰੋ ਰੋ ਕੇ ਬੁਰਾ ਹਾਲ ਸੀ। ਮੰਮੀ ਜੀ, ਕੀ ਹੋਇਆ? ਮੈਂ ਫਟਾਫਟ ਆਪਣੀ ਸੱਸ ਕੋਲ ਗਈ ਤਾਂ ਦੇਖਿਆ ਕਿ ਸਾਹਮਣੇ ਮੇਰੀ ਨਣਦ ਬੇਹੋਸ਼ ਪਈ ਸੀ। ਉਸਦੇ ਮੂੰਹ ਤੋਂ ਖੂਨ ਆ ਰਿਹਾ ਸੀ। ਮੰਮੀ ਜੀ, ਇਸ ਨੂੰ ਕੀ ਹੋਇਆ ਹੈ? ਮੈਂ ਅੱਗੇ ਵੱਧ ਕੇ ਆਪਣੀ ਨਣਦ ਦਾ ਸਿਰ ਗੋਦੀ ਵਿੱਚ ਲੈ ਲਿਆ। ਅਮਨ ਨੇ ਮੈਨੂੰ ਸੀਮਾ ਨੂੰ ਸੰਭਾਲਣ ਲਈ ਕਿਹਾ ਅਤੇ ਉਹ ਕਾਰ ਲੈਣ ਲਈ ਚਲੇ ਗਏ। ਅੱਜ ਸੀਮਾ ਦੀ ਹਾਲਤ ਬਹੁਤ ਖਰਾਬ ਸੀ। ਉਸਨੂੰ ਖੂਨ ਦੀ ਉਲਟੀ ਆ ਰਹੀ ਸੀ। ਅਸੀਂ ਸੀਮਾ ਨੂੰ ਲੈ ਕੇ ਹਸਪਤਾਲ ਗਏ। ਅਸੀਂ ਤਾਂ ਉਸਨੂੰ ਦਵਾਈਆਂ ਵੀ ਸਮੇਂ ਸਿਰ ਦੇ ਰਹੇ ਸੀ, ਪਰ ਰੱਬ ਜਾਣੇ ਕਿੱਥੇ ਲਾਪਰਵਾਹੀ ਹੋ ਗਈ। ਹਸਪਤਾਲ ਵਾਲਿਆਂ ਨੇ ਸੀਮਾ ਨੂੰ ਤੁਰੰਤ ICU ਵਿੱਚ ਦਾਖਲ ਕਰ ਲਿਆ। ਡਾਕਟਰ ਨੇ ਸਾਨੂੰ ਦੱਸਿਆ ਕਿ ਸੀਮਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਕਿਸੇ ਨੂੰ ਵੀ ਉਸਦੀ ਬਿਮਾਰੀ ਸਮਝ ਨਹੀਂ ਆ ਰਹੀ ਸੀ। ਡਾਕਟਰ ਵੀ ਸਵੇਰੇ ਸ਼ਾਮ ਟੈਸਟ ਕਰ ਕਰਕੇ ਥੱਕ ਗਏ ਸਨ, ਪਰ ਕਿਸੇ ਬਿਮਾਰੀ ਦਾ ਪਤਾ ਨਹੀਂ ਲੱਗ ਰਿਹਾ ਸੀ। ਅਗਲੀ ਸਵੇਰ 5 ਵਜੇ ਸਾਨੂੰ ਇਹ ਖਬਰ ਮਿਲੀ ਕਿ ਸੀਮਾ ਇਸ ਦੁਨੀਆ ਤੋਂ ਜਾ ਚੁੱਕੀ ਹੈ। ਮੇਰੀ ਸੱਸ ਦਾ ਰੋ ਰੋ ਕੇ ਬੁਰਾ ਹਾਲ ਸੀ। ਉਹ ਵੀ ਮੈਨੂੰ ਹੀ ਮਨਹੂਸ ਕਹਿ ਰਹੇ ਸੀ ਕਿ ਤੂੰ ਹੀ ਮੇਰੀ ਧੀ ਨੂੰ ਖਾ ਗਈ ਹੈ। ਪਤਾ ਨਹੀਂ ਤੂੰ ਕੀ ਕੀਤਾ ਹੈ। ਮੇਰੀ ਧੀ ਹਮੇਸ਼ਾ ਲਈ ਮੈਨੂੰ ਛੱਡ ਕੇ ਚਲੀ ਗਈ ਹੈ। ਮੈਂ ਉਹਨਾਂ ਦਾ ਦੁੱਖ ਸਮਝ ਸਕਦੀ ਸੀ, ਇਸ ਲਈ ਮੈਂ ਚੁੱਪ ਰਹੀ। ਕਿਸੇ ਨੂੰ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਇੱਕ ਜਵਾਨ ਕੁੜੀ ਇੱਕ ਹਫ਼ਤਾ ਬਿਮਾਰ ਰਹਿ ਕੇ ਜ਼ਿੰਦਗੀ ਜੰਗ ਹਾਰ ਗਈ। ਸੀਮਾ ਨੂੰ ਇਸ ਸੰਸਾਰ ਤੋਂ ਗਏ 40 ਦਿਨ ਗੁਜ਼ਰ ਚੁੱਕੇ ਸਨ। ਮੈਂ ਸੀਮਾ ਦੇ ਕਮਰੇ ਵਿੱਚ ਗਈ। ਮੈਂ ਉਸਦੇ ਕੱਪੜੇ ਅਤੇ ਕੁਝ ਫਾਲਤੂ ਸਮਾਨ ਗਰੀਬਾਂ ਵਿੱਚ ਵੰਡ ਦਿੱਤਾ। ਹੁਣ ਸੀਮਾ ਦਾ ਕਮਰਾ ਤਕਰੀਬਨ ਖਾਲੀ ਹੋ ਗਿਆ ਸੀ। ਸਿਰਫ ਉਸਦੀ ਅਲਮਾਰੀ ਰਹਿ ਗਈ ਸੀ, ਜਿਸ ਨੂੰ ਮੋਟਾ ਜਿਹਾ ਜਿੰਦਾ ਲੱਗਿਆ ਰਹਿੰਦਾ ਸੀ। ਪਰ ਉਸਦੇ ਬੈੱਡ ਕੋਲ ਪਈਆਂ ਕੁਝ ਚੀਜ਼ਾਂ ਨੇ ਮੈਨੂੰ ਉਸ ਅਲਮਾਰੀ ਦਾ ਜਿੰਦਾ ਤੋੜਨ ਲਈ ਮਜਬੂਰ ਕਰ ਦਿੱਤਾ। ਮੈਂ ਦੇਖਣਾ ਚਾਹੁੰਦੀ ਸੀ ਕਿ ਉਸਦੀ ਅਲਮਾਰੀ ਵਿੱਚ ਅਜਿਹਾ ਕੀ ਰੱਖਿਆ ਸੀ। ਮੈਂ ਜਿੰਦਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਲਮਾਰੀ ਦੇ ਅੰਦਰ ਬਣਿਆ ਹੋਇਆ ਸੀ, ਇਸ ਲਈ ਖੋਲ੍ਹ ਨਹੀਂ ਸਕੀ। ਮਿਸਤਰੀ ਨੂੰ ਬੁਲਾ ਕੇ ਬੜੀ ਮੁਸ਼ਕਿਲ ਨਾਲ ਉਹ ਜਿੰਦਾ ਤੜਵਾਇਆ ਗਿਆ। ਅਲਮਾਰੀ ਦੇ ਅੰਦਰੋਂ
ਟੋਣੇ ਟੋਟਕਿਆਂ ਵਾਲੀ ਕਿਤਾਬਾਂ ਦਾ ਇੱਕ ਬਕਸਾ ਮਿਲਿਆ। ਇੱਕ-ਇੱਕ ਕਰਕੇ ਮੈਂ ਉਹ ਕਿਤਾਬਾਂ ਦੇਖਣ ਲੱਗੀ ਤਾਂ ਮੇਰੇ ਹੋਸ਼ ਉੱਡ ਗਏ। ਅਸਲ ਵਿੱਚ ਮੇਰੀ ਨਣਦ ਦੀ ਬਚਪਨ ਤੋਂ ਹੀ ਇੱਕ ਲੱਤ ਖਰਾਬ ਸੀ। ਉਸਦੀ ਇੱਕ ਲੱਤ ਵਿੱਚ ਹਲਕਾ ਜਿਹਾ ਫਰਕ ਸੀ। ਚਲਦੇ ਹੋਏ ਉਹ ਲੰਗੜਾ ਕੇ ਚਲਦੀ ਸੀ। ਇਸ ਬਿਮਾਰੀ ਨੂੰ ਖਤਮ ਕਰਨ ਲਈ ਅਸੀਂ ਬਹੁਤ ਕੋਸ਼ਿਸ਼ ਕੀਤੀ, ਪਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ। ਰੱਬ ਜਾਣੇ ਕਦੋਂ ਸੀਮਾ ਇਹਨਾਂ ਚੱਕਰਾਂ ਵਿੱਚ ਪੈ ਗਈ। ਪਹਿਲਾਂ ਤਾਂ ਉਸਨੇ ਅਲੱਗ-ਅਲੱਗ ਨੁਸਖੇ ਅਤੇ ਟੋਟਕੇ ਸ਼ੁਰੂ ਕੀਤੇ ਅਤੇ ਫਿਰ ਅਜਿਹੀਆਂ ਚੀਜ਼ਾਂ ਕਰਨ ਲੱਗੀ ਜਿਨ੍ਹਾਂ ਦਾ ਅਸਲ ਵਿੱਚ ਇਸ ਦੁਨੀਆ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਮੈਂ ਸੀਮਾ ਦੀ ਡਾਇਰੀ ਪੜ੍ਹੀ ਤਾਂ ਮੈਨੂੰ ਅੰਦਾਜ਼ਾ ਹੋਇਆ ਕਿ ਉਹ ਆਪਣੀ ਬਿਮਾਰੀ ਕਿਸੇ ਸਿਹਤਮੰਦ ਇਨਸਾਨ ਵਿੱਚ ਟ੍ਰਾਂਸਫਰ ਕਰਨਾ ਚਾਹੁੰਦੀ ਸੀ। ਉਸਨੂੰ ਕੋਈ ਹੋਰ ਸ਼ਿਕਾਰ ਨਜ਼ਰ ਨਹੀਂ ਆਇਆ ਤਾਂ ਉਸਨੇ ਮੈਨੂੰ ਹੀ ਨਿਸ਼ਾਨਾ ਬਣਾਉਣਾ ਚਾਹਿਆ। ਸੀਮਾ ਨੇ ਮੇਰੇ ਕੱਪੜੇ ਵੀ ਇਸੇ ਮਕਸਦ ਲਈ ਲਏ ਸਨ। ਉਸਦਾ ਟੋਟਕਾ ਤਾਂ ਕੰਮ ਨਹੀਂ ਕਰ ਸਕਿਆ, ਬਲਕਿ ਅਲੱਗ-ਅਲੱਗ ਚੀਜ਼ਾਂ ਅਤੇ ਮੋਮਬੱਤੀਆਂ ਦੀ ਵਰਤੋਂ ਨਾਲ ਉਸਨੂੰ ਸਾਹ ਦੀ ਤਕਲੀਫ ਹੋ ਗਈ। ਸੀਮਾ ਨੂੰ ਉਸ ਸਮੇਂ ਇਸ ਗੱਲ ਦੀ ਸਮਝ ਨਹੀਂ ਆਈ ਕਿ ਉਸਦੇ ਬਿਮਾਰ ਹੋਣ ਦਾ ਅਸਲ ਕਾਰਨ ਕੀ ਹੈ, ਕਿਉਂਕਿ ਉਹ ਸਾਰੀਆਂ ਘਟਨਾਵਾਂ ਸਿਰਫ ਅਤੇ ਸਿਰਫ ਜਾਦੂ ਦਾ ਅਸਰ ਸਮਝਦੀ ਰਹੀ। ਜਦੋਂ ਉਸਨੂੰ ਦਿਲ ਦਾ ਦੌਰਾ ਪਿਆ ਤਾਂ ਉਹ ਵੀ ਉਸਦਾ ਸਾਹ ਘੁੱਟਣ ਕਰਕੇ ਹੀ ਪਿਆ ਸੀ। ਅਸੀਂ ਇੱਕ ਗੱਲ ਤੋਂ ਬੇਖਬਰ ਰਹੇ ਕਿ ਸੀਮਾ ਆਪਣੇ ਕਮਰੇ ਵਿੱਚ ਬੈਠ ਕੇ ਕੀ ਕਰਦੀ ਹੈ। ਹੁਣ ਹਾਲ ਇਹ ਸੀ ਕਿ ਮੈਂ ਸੀਮਾ ਨੂੰ ਕੁਝ ਕਹਿ ਵੀ ਨਹੀਂ ਸਕਦੀ ਸੀ, ਕਿਉਂਕਿ ਮੇਰੀ ਸੱਸ ਉਸਦੀ ਤਰਫਦਾਰੀ ਕਰਦੀ ਸੀ ਅਤੇ ਫਿਰ ਸੀਮਾ ਵੀ ਕਿਸੇ ਦੀ ਗੱਲ ਨਹੀਂ ਸੁਣਦੀ ਸੀ। ਆਪਣੀ ਨਣਦ ਦੇ ਬਾਰੇ ਵਿੱਚ ਇਹ ਸਭ ਜਾਣ ਕੇ ਮੈਨੂੰ ਬਹੁਤ ਅਫਸੋਸ ਹੋਇਆ। ਕਾਸ਼ ਉਹ ਇੱਕ ਵਾਰ ਵੀ ਮੈਨੂੰ ਕਹਿੰਦੀ ਤਾਂ ਮੈਂ ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਦੀ। ਮੈਡੀਕਲ ਦੀ ਦੁਨੀਆ ਵਿੱਚ ਹਰ ਚੀਜ਼ ਦਾ ਇਲਾਜ ਸੰਭਵ ਹੈ, ਪਰ ਉਸਨੇ ਗਲਤ ਰਸਤਾ ਚੁਣਿਆ। ਉਸਨੇ ਆਪਣੀ ਬਿਮਾਰੀ ਮੇਰੇ ਅੰਦਰ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ। ਪਰਮਾਤਮਾ ਅਜਿਹੇ ਲੋਕਾਂ ਨੂੰ ਸਹੀ ਰਸਤਾ ਦਿਖਾਉਣ ਦੇ ਨਾਲ-ਨਾਲ ਸਬਰ ਵੀ ਦੇਵੇ, ਤਾਂ ਜੋ ਉਹ ਆਪਣੀਆਂ ਕਮੀਆਂ ਤੇ ਸਬਰ ਕਰਨਾ ਸਿੱਖ ਲੈਣ, ਬਜਾਏ ਇਸਦੇ ਕਿ ਉਹਨਾਂ ਕਮੀਆਂ ਨੂੰ ਹੱਲ ਕਰਨ ਲਈ ਕਿਸੇ ਆਸਾਨ ਰਸਤੇ ਦੀ ਤਲਾਸ਼ ਕਰੇ। ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਮੇਰੀ ਨਣਦ ਦੀ ਮਾਫ਼ੀ ਦੇ ਲਈ ਅਰਦਾਸ ਕਰੋ। ਮੈਂ ਉਸਨੂੰ ਦਿਲ ਤੋਂ ਮਾਫ਼ ਕਰ ਚੁੱਕੀ ਹਾਂ ਅਤੇ ਚਾਹੁੰਦੀ ਹਾਂ ਕਿ ਪਰਮਾਤਮਾ ਵੀ ਉਸਨੂੰ ਮਾਫ਼ ਕਰ ਦੇਵੇ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਿਓ, ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।